किस वास्ते प्रगटे जगत उदाहरण ईस। जगत का उद्धार करन वास्ते गुरु नानक सच्चे पातशाह जी संसार ते आए हैं। कदों आए ने? संमत सी 1526। महीना सी कार्तिक मास, थित पूर्णमासी, शुभ नक्षत्र, शुभ लगन प्रगासी। महीना सी कत्तक दा। पूर्णमासी नूं जैसे प्रकाश पुरब असीं मनांदे हां। अरद रैन बीती घट काफर, नानक जन्म लियो कालू घर। ਅੱਧੀ ਰਾਤ ਦਾ ਸਮਾਂ ਸੀ। ਪਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸੰਸਾਰ ਤੇ ਆਉਣਾ ਹੋਇਆ ਹੈ। ਅੱਧੀ ਰਾਤ ਦਾ ਸਮਾਂ ਸੀ। ਅਰਧ ਰੈਨ ਬੀਤੀ ਘਟ ਕਾਫਰ, ਨਾਨਕ ਜਨਮ ਲਿਓ ਕਾਲੂ घर। प्रभात भई प्रोहित बुलवाया, हरि दयाल तह नाम सुहाया। प्रभात भई जदों दिन चढ़िया ना, तो पिता कल्याण दास जी ने अपने प्रोहित नूं बुलाया। पुराना जमाना सी। परिवारां दे जिहड़े काम हुंदे सन, जिवें खुशी दा काम है, गमी दा काम है, कोई भी प्रोग्राम होवे घर दे विच तो पुरोहितां नूं बुलाया जांदा सी। उन्हां कोलों पुੱਛ-ਗਿੱਛ कीती जांदी सी, पूजा पाठ कराए जांदे सन, क्योंकि गुरमत दा अजे प्रकाश नहीं सी उस वक्त। अजकल जैसे साडे कोई भी काम होवे, धार्मिक काम होवे या कोई खुशी दा काम होवे, कोई गमी दा काम होवे, साडे ग्रंथी सिंह उस काम नूं करदे ने, पाठ करदे ने, अरदास करदे ने, कथा कीर्तन हुंदा है। मुसलमानां दे मौलवी लोग करदे हन, ईसाइयां दे पादरी करदे ने, हिंदुआं दे पुरोहित पंडित ये लोग करिया करदे सन। खानदानी पुरोहित होया करदे सन, जिन्हां दे कोल पूरे खानदान दा चिट्ठा भी हुंदा सी उन्हां कोल। पिता कल्याण दास जी ने, जिन्हां दा छोटा नाम महता कालू भी किया जाता है, एक इन्हां दा भराता सी जिस दा नाम लालू सी। ये गुरु नानक सच्चे पातशाह जी दे चाचा जी सन। चाचा लालू, पिता कालू। पिता कल्याण दास जी ने जदों दिन चढ़िया ते अपने पुरोहित नूं बुलवाया। इस पुरोहित दा नाम सी हरदयाल पुरोहित। हरदयाल पुरोहित नूं बुला के ते महता कल्याण दास जी पुछदे ने कि इस बच्चे नूं वेखो, साडे घर विच बच्चा जन्मिया है, ये बच्चा किस तरह दा है, ये सानू सुख देवेगा, दुख देवेगा, ये चंगे काम करेगा, माड़े काम करेगा, अंदाजे लांदे सन पहले। और उस जमाने दे विच जिहड़े ज्योतिष हुंदे सन ना, वो विद्वान हुंदे सन। उन्हां दा अपना जीवन बड़ा उच्चा हुंदा सी। बंदगी वाले हुंदे सन, मेहनत करदे सन। अजकल दे ज्योतिषियां दी तरह नहीं जो चार किताबां रख के ते सड़कां ते बह जांदे ने। इन्हां ने ज्योतिष विद्या नूं बदनाम कीता वे, वरना एक कला सी है, विद्या सी है। बड़े अच्छे अंदाजे ला लिया करदे सन पुराने ज्योतिष, अजकल दे नहीं हन, क्योंकि उन्हां दा जीवन नहीं है इतना उच्चा।
ਪ੍ਰੋਹਿਤ ਹਰਦਿਆਲ ਨੂੰ ਜਦੋਂ ਪੁੱਛਿਆ ਕਿ ਇਸ ਬੱਚੇ ਨੂੰ ਵੇਖੋ, ਕੁਛ ਅੰਦਾਜ਼ੇ ਲਾਓ, ਇਹਦੇ ਮਸਤਕ ਦੀਆਂ ਲਕੀਰਾਂ, ਕੋਈ ਹੱਥ ਦੀਆਂ, ਕੋਈ ਪੈਰਾਂ ਦੀਆਂ, ਪੜ੍ਹ ਕੇ ਦੱਸੋ ਕਿ ਇਹ ਬੱਚਾ ਕਿਸ ਤਰ੍ਹਾਂ ਦਾ ਹੈ। ਪ੍ਰੋਹਿਤ ਜੀ ਕਹਿੰਦੇ ਨੇ ਕਿ ਜਿਸ ਦਾਈ ਨੇ ਇਸ ਬੱਚੇ ਦਾ ਜਨਮ ਕਰਾਇਆ ਨਾ, ਜਿਹਨੇ ਮਦਦ ਕੀਤੀ ਹੈ ਜਨਮ ਵਿੱਚ, ਉਹਨੂੰ ਬੁਲਾਓ, ਉਹਦੇ ਕੋਲੋਂ ਮੈਂ ਕੁਝ ਗੱਲਾਂ ਪੁੱਛਾਂ ਤੇ ਫਿਰ ਮੈਂ ਇਸ ਦਾ ਅੰਦਾਜ਼ਾ ਲਾ ਸਕਣਾ ਵਾਂ। ਪਿਤਾ ਕਲਿਆਣ ਦਾਸ ਜੀ ਨੇ ਦਾਈ ਨੂੰ ਬੁਲਾਇਆ। ਇਸ ਦਾਈ ਦਾ ਨਾਮ ਸੀ ਦੌਲਤਾਂ ਦਾਈ। ਦੌਲਤਾਂ ਦਾਈ ਨੇ ਜਿਸ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਆਗਮਨ ਦੀ ਖਬਰ ਪਿਤਾ ਕਲਿਆਣ ਦਾਸ ਜੀ ਨੂੰ ਦਿੱਤੀ ਤੇ ਉਹ ਬੜੇ ਖੁਸ਼ ਹੋਏ ਵੀ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਵੇ। ਇੱਕ ਵੱਡਾ ਥਾਲ ਚਾਂਦੀ ਦਾ, ਜਿਹਦੇ ਵਿੱਚ ਸੋਨੇ ਚਾਂਦੀ ਦੀਆਂ ਮੋਹਰਾਂ ਰੱਖ ਕੇ, ਬੜੇ ਕੀਮਤੀ ਰੇਸ਼ਮੀ ਵਸਤਰ ਰੱਖ ਕੇ, ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਰੱਖ ਕੇ ਜਦੋਂ ਇਸ ਦੌਲਤਾਂ ਦਾਈ ਨੂੰ ਦੇਣ ਲੱਗੇ ਨਾ ਪਿਤਾ ਕਲਿਆਣ ਦਾਸ ਜੀ, ਤੋ ਇਸ ਦਾਈ ਨੇ ਆਖਿਆ ਵੀ ਮਹਿਤਾ ਜੀ, ਅੱਜ ਮੈਨੂੰ ਕੁਛ ਨਹੀਂ ਚਾਹੀਦਾ ਹੈ, ਅੱਜ ਮੈਂ ਕੁਛ ਨਹੀਂ ਲੈਣਾ। ਤੇ ਮਹਿਤਾ ਜੀ ਕਹਿੰਦੇ ਨੇ ਵੀ ਅੱਗੇ ਤਾਂ ਤੂੰ ਮੰਗ ਮੰਗ ਕੇ ਚੀਜ਼ਾਂ ਲੈ ਜਾਂਦੀ ਸੈਂ, ਤੇ ਅੱਜ ਤੇ ਘਰ ਵਿੱਚ ਪੁੱਤਰ ਜੰਮਿਆ, ਮੈਂ ਖੁਦ ਤੈਨੂੰ ਦਿੰਦਾ ਪਿਆ, ਅੱਜ ਤੂੰ ਇਨਕਾਰ ਕਰੀ ਜਾਨੀ ਹੈ, ਐਸਾ ਕਿਉਂ ਹੈ। ਦੌਲਤਾਂ ਦਾਈ ਕਹਿੰਦੀ ਹੈ, ਅੱਜ ਮੈਨੂੰ ਇੰਜ ਲੱਗਦਾ ਜਿਵੇਂ ਦੁਨੀਆ ਦੀ ਸਭ ਤੋਂ ਅਮੀਰ ਅਗਰ ਕੋਈ ਔਰਤ ਹੈ ਤੇ ਉਹ ਦੌਲਤਾਂ ਦਾਈ ਹੈ। ਉਹ ਕਿਤਨੇ ਵੱਡੇ ਭਾਗ ਹੋਣੇ ਨੇ ਉਸ ਦਾਈ ਦੇ, ਜਿਹਨੇ ਗੁਰੂ ਨਾਨਕ ਦਾ ਸਭ ਤੋਂ ਪਹਿਲਾ ਦਰਸ਼ਨ ਕੀਤਾ ਹੈ। ਮਾਂ ਨੇ ਵੀ ਨਹੀਂ ਕੀਤਾ, ਮਾਂ ਤੋਂ ਵੀ ਪਹਿਲੇ ਕਿਤਨੀ ਉਸਦੀ ਪਿਛਲੇ ਜਨਮਾਂ ਦੀ ਬੰਦਗੀ ਉਸਦੀ ਹੋਣੀ ਹੈ। ਕਿਤਨੇ ਵੱਡੇ ਭਾਗ ਹੋਣੇ ਨੇ ਜਿਨ੍ਹਾਂ ਹੱਥਾਂ ਦੇ ਵਿੱਚ ਗੁਰੂ ਨਾਨਕ ਦਾ ਆਗਮਨ ਹੋਇਆ ਵੇ। ਇਹ ਦੌਲਤਾਂ ਦਾਈ ਕਹਿੰਦੀ ਹੈ ਕਿ ਮੈਂ ਬਚਪਨ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਲੜਿਆ ਕਰਦੀ ਸਾਂ। ਮੈਂ ਵੀ ਇਹ ਕੀ ਮੇਰਾ ਨਾਮ ਰੱਖ ਦਿੱਤਾ ਦੌਲਤਾਂ। ਦੌਲਤਾਂ ਦਾ ਮਤਲਬ ਕੀ ਹੁੰਦਾ? ਜਿਹਦੇ ਕੋਲ ਬਹੁਤ ਸਾਰੀ ਦੌਲਤ ਹੋਵੇ। ਤੇ ਨਾਮ ਇਤਨਾ ਵੱਡਾ ਮੇਰਾ ਰੱਖ ਦਿੱਤਾ ਤੇ ਘਰ ਦੇ ਵਿੱਚ ਖਾਣ ਵਾਸਤੇ ਤਾਂ ਰੋਟੀ ਵੀ ਪੂਰੀ ਨਹੀਂ ਆਉਂਦੀ, ਤੇ ਨਾ ਇਤਨਾ ਵੱਡਾ ਰੱਖ ਦਿੱਤਾ ਵੇ। ਹੁਣ ਨਾਮ ਕਿਸੇ ਦਾ ਅਮੀਰ ਚੰਦ ਹੋਵੇ ਤੇ ਹੋਵੇ ਫਕੀਰ, ਬੰਦਾ ਸੋਚਦਾ ਹੈ ਨਾ ਵੀ ਨਾਮ ਇਤਨਾ ਵੱਡਾ ਰੱਖਿਆ ਵੇ। ਬਹੁਤ ਘੱਟ ਲੋਕ ਦੁਨੀਆ ਦੇ ਵਿੱਚ ਐਸੇ ਹੁੰਦੇ ਨੇ ਜਿਹੜੇ ਆਪਣੇ ਨਾਮ ਦੇ ਮੁਤਾਬਕ ਕਰਮ ਕਰਦੇ ਹਨ, ਬਹੁਤ ਘੱਟ। ਜਿਨ੍ਹਾਂ ਦੇ ਜੈਸੇ ਨਾਮ ਹੁੰਦੇ ਨੇ ਵੈਸੇ ਉਹਨਾਂ ਦੇ ਕਰਮ ਹੁੰਦੇ ਨੇ। ਵਰਨਾ ਦੇਖਿਆ ਗਿਆ ਕਈਆਂ ਦਾ ਨਾਮ ਹੁੰਦਾ ਪ੍ਰਿਤਪਾਲ ਸਿੰਘ, ਪ੍ਰੀਤ ਨੂੰ ਪਾਲਣ ਵਾਲਾ, ਤੇ ਅੰਦਰ ਨਿਰੀ ਨਫ਼ਰਤ ਭਰੀ ਹੁੰਦੀ ਹੈ। ਨਾਮ ਹੁੰਦਾ ਹਰਨਾਮ ਸਿੰਘ, ਤੇ ਹਰੀ ਨਾਮ ਦਾ ਅੰਦਰ ਕਿਣਕਾ ਵੀ ਨਹੀਂ ਹੁੰਦਾ ਵੇ। ਐਸਾ ਦੇਖਣ ਦੇ ਵਿੱਚ ਆਇਆ। ਮਹਾਰਾਜ ਦੀ ਬਾਣੀ ਵੀ ਕਹਿੰਦੀ ਕਿ ਮਨ ਅੰਧਾ ਨਾਉ ਸੁਜਾਨ। ਨਾਮ ਰੱਖਿਆ ਹੋਇਆ ਸੁਜਾਨ। ਸੁਜਾਨ ਦਾ ਮਤਲਬ ਹੁੰਦਾ ਸੁਜਾਖਾ, ਗਿਆਨਵਾਨ, ਤੇ ਮਨ ਕਰਕੇ ਤੇ ਅੰਧਾ ਹੈ। ਐਸੇ ਕਈ ਨਾਮ ਤੁਹਾਨੂੰ ਮਿਲ ਜਾਣਗੇ। ਪੰਜਾਬੀ ਦੀ ਕਹਾਵਤ ਹੈ ਕਿ ਨਾਮ ਮਿਸਰੀ ਖਾਂ ਖੋਲ ਕੇ ਵੇਖਿਆ ਤੇ ਖੇ ਵੀ ਨਾ। ਖੇ ਕਹਿੰਦੇ ਨੇ ਮਿੱਟੀ ਨੂੰ। ਵੀ ਨਾਮ ਰੱਖਿਆ ਹੋਇਆ ਮਿਸਰੀ ਖਾਂ। ਮਿਸਰੀ ਹਰ ਪਾਸਿਓਂ ਮਿੱਠੀ ਆਉਂਦੀ ਹੈ, ਤੇ ਅੰਦਰ ਖੇ ਵੀ ਨਾ, ਮਿੱਟੀ ਵਰਗਾ ਵੀ ਨਹੀਂ ਹੈ ਅੰਦਰੋਂ ਜੀਵਨ। ਬਹੁਤ ਘੱਟ ਹੁੰਦੇ ਨੇ ਜਿਹੜੇ ਨਾਮ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦੇ ਨੇ, ਬਹੁਤ ਘੱਟ।
ਕਹਿੰਦੀ ਹੈ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਲੜਿਆ ਕਰਦੀ ਸਾਂ ਵੀ ਇਹ ਕੀ ਨਾਮ ਰੱਖ ਦਿੱਤਾ, ਦੌਲਤਾਂ ਘਰ ਦੇ ਵਿੱਚ ਅਮੀਰੀ ਹੈ ਹੀ ਨਹੀਂ ਬਿਲਕੁਲ ਵੀ, ਰੋਟੀ ਮਸਾਂ ਪੂਰੀ ਹੁੰਦੀ ਹੈ, ਮੰਗ ਮੰਗ ਕੇ ਗੁਜ਼ਾਰਾ ਕਰਨਾ ਪੈਂਦਾ ਵੇ। ਪਰ ਕਹਿੰਦੀ ਹੈ ਜਦੋਂ ਦੇ ਇਸ ਬੱਚੇ ਦੇ ਮੈਂ ਦਰਸ਼ਨ ਕੀਤੇ ਨੇ ਨਾ, ਇਸ ਬੱਚੇ ਦੇ ਦਰਸ਼ਨ ਕੀਤੇ ਨੇ, ਮਹਿਤਾ ਜੀ ਮੈਨੂੰ ਇੰਜ ਲੱਗਦਾ ਜਿਵੇਂ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਦੇ ਵਿੱਚ ਪੈ ਗਈ ਹੈ। ਅੱਜ ਮੇਰਾ ਕੁਝ ਵੀ ਮੰਗਣ ਤੇ ਦਿਲ ਨਹੀਂ ਕਰਦਾ। ਕਹਿੰਦੀ ਜਦੋਂ ਮੈਂ ਘਰੋਂ ਚੱਲ ਕੇ ਆਈ ਸਾਂ ਨਾ, ਤੁਸੀਂ ਬੁਲਾਇਆ ਸੀ ਮੈਨੂੰ, ਤੇ ਅੰਦਰ ਮੇਰੇ ਕਈ ਖਿਆਲ ਚੱਲਦੇ ਸਨ ਵੀ ਜੇ ਪੁੱਤਰ ਪੈਦਾ ਹੋਇਆ ਤੇ ਮਹਿਤਾ ਜੀ ਕੋਲ ਕੋਈ ਕਮੀ ਤਾਂ ਹੈ ਨਹੀਂ ਹੈ, ਧਨ ਮੰਗ ਲਵਾਂਗੀ, ਬਸਤਰ ਮੰਗ ਲਵਾਂਗੀ, ਪਦਾਰਥ ਮੰਗ ਲਵਾਂਗੀ, ਜ਼ਮੀਨ ਮੰਗ ਲਵਾਂਗੀ, ਸੋਨਾ ਮੰਗ ਲਵਾਂਗੀ, ਚਾਂਦੀ ਮੰਗ ਲਵਾਂਗੀ। ਕਹਿੰਦੀ ਅੰਦਰ ਬੜੀਆਂ ਮੰਗਾਂ ਸਨ ਮੇਰੇ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ, ਪਰ ਜਦੋਂ ਇਸ ਬਾਲਕ ਦੇ ਦਰਸ਼ਨ ਕੀਤੇ ਨੇ ਨਾ, ਕਹਿੰਦੀ ਹੈ ਬਸ ਸਾਰੀਆਂ ਹੀ ਮੰਗਾਂ ਮੇਰੀਆਂ ਸਮਾਪਤ ਹੋ ਗਈਆਂ ਨੇ, ਹੁਣ ਕੁਝ ਮੰਗਣ ਤੇ ਦਿਲ ਹੀ ਨਹੀਂ ਕਰਦਾ ਮੇਰਾ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਜਦੋਂ ਨਿਰੰਕਾਰ ਦੇ ਦਰਬਾਰ ਗਏ ਤਾਂ ਨਿਰੰਕਾਰ ਨੇ ਪੁੱਛਿਆ ਵੀ ਤੈਨੂੰ ਕੀ ਦਈਏ, ਕੁਛ ਮੰਗ ਲੈ। ਤਾਂ ਮਹਾਰਾਜ ਕਹਿੰਦੇ ਨੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ ਨੇ, ਹੁਣ ਮੈਂ ਕੀ ਮੰਗਾਂ, ਕੁਛ ਮੰਗਣ ਨੂੰ ਦਿਲ ਹੀ ਨਹੀਂ ਕਰਦਾ ਹੁਣ ਸਾਡਾ, ਕੁਛ ਮੰਗ ਹੀ ਨਹੀਂ ਸਕਦੇ ਹਾਂ। ਗੁਰਬਾਣੀ ਵੀ ਕਹਿੰਦੀ ਹੈ ਕਿ ਜਿਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ, ਜਿਹਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਵੇ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜੇ ਕਿਧਰੇ ਪਰਮੇਸ਼ਰ ਦਾ ਨਾਮ ਮਿਲ ਜਾਵੇ ਨਾ, ਸਾਰੀਆਂ ਹੀ ਭੁੱਖਾਂ ਸਮਾਪਤ ਹੋ ਜਾਂਦੀਆਂ ਨੇ, ਸਾਰੀਆਂ ਮੰਗਾਂ ਸਮਾਪਤ ਹੋ ਜਾਂਦੀਆਂ ਨੇ। ਪਰ ਕਦੀ ਅਸੀਂ ਕੋਸ਼ਿਸ਼ ਕੀਤੀ ਨਹੀਂ ਕਿ ਗੁਰੂ ਕੋਲੋਂ ਗੁਰੂ ਦਾ ਨਾਮ ਮੰਗ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਦਰਸ਼ਨ ਮੰਗ ਲਈਏ। ਕਦੀ ਕੋਸ਼ਿਸ਼ ਕੀਤੀ ਹੈ ਅਸੀਂ ਮੰਗਦੇ ਹਾਂ ਦੁਨੀਆ ਦੇ ਪਦਾਰਥ, ਧਨ ਮਿਲ ਜਾਏ, ਦੁਕਾਨ ਚੱਲ ਪਵੇ, ਬੱਚੇ ਪੜ੍ਹ ਜਾਣ, ਨੌਕਰੀਆਂ ਲੱਗ ਜਾਣ, ਵਿਆਹ ਹੋ ਜਾਣ, ਪੋਤਰੇ ਪੋਤਰੀਆਂ ਹੋ ਜਾਣ, ਮਕਾਨ ਵੱਡੇ ਹੋ ਜਾਣ, ਗੱਡੀਆਂ ਵੱਡੀਆਂ ਮਿਲ ਜਾਣ, ਬਸ ਇਹੀ ਮੰਗਾਂ ਹੁੰਦੀਆਂ ਨੇ ਸਾਡੀਆਂ। ਸਤਿਗੁਰੂ ਕਹਿੰਦੇ ਨੇ ਕਿ ਜੋ ਕੁਛ ਤੂੰ ਮੰਗਦਾ ਪਿਆ ਨਾ, ਇਹ ਸਭ ਦੁੱਖਾਂ ਦਾ ਕਾਰਨ ਹੈ, ਇਹ ਦੁੱਖ ਦੇਗਾ ਤੈਨੂੰ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਜੋ ਕੁਛ ਅਸੀਂ ਮੰਗਦੇ ਪਏ ਹਾਂ ਪਰਮੇਸ਼ਰ ਨੂੰ ਛੋੜ ਕੇ, ਉਹ ਸਭ ਦੁੱਖਾਂ ਦਾ ਕਾਰਨ ਹੈ, ਇਹ ਦੁੱਖ ਦੇਣਗੇ। ਔਰ ਐਸਾ ਦੇਖਿਆ ਗਿਆ ਵੇ, ਧਨ ਮੰਗ ਲਿਆ ਕਿਸੇ ਨੇ, ਰੱਬ ਦੀ ਕਿਰਪਾ ਹੋ ਗਈ, ਧਨ ਮਿਲ ਗਿਆ, ਹੁਣ ਧਨ ਬਹੁਤਾ ਹੋ ਗਿਆ ਵੇ, ਹੁਣ ਬੱਚੇ ਆਪਸ ਵਿੱਚ ਲੜਦੇ ਪਏ ਨੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਨੇ। ਮੰਗਿਆ ਤੇ ਸੀ ਬਈ ਧਨ ਸੁੱਖ ਦੇਗਾ, ਦੁੱਖ ਦਾ ਕਾਰਨ ਬਣ ਗਿਆ। ਕਈ ਪਰਿਵਾਰ ਹੀ ਖਤਮ ਹੋ ਜਾਂਦੇ ਨੇ, ਕਈ ਸੁੱਖ ਮੰਗਦੇ ਹਨ, ਇੱਕ ਪੁੱਤਰ ਮਿਲ ਜਾਏ ਤਾਂ ਮੈਂ ਸੁਖੀ ਹੋ ਜਾਵਾਂ, ਜਿਨ੍ਹਾਂ ਦੇ 8-8 10-10 ਨੇ ਵਿਚਾਰੇ ਰੋਂਦੇ ਪਿੱਟਦੇ ਪਏ ਨੇ, ਉਹ ਇੱਕ ਮਿਲ ਜਾਏ ਤੇ। ਰੱਬ ਨੂੰ ਛੋੜ ਕੇ ਅਸੀਂ ਜੋ ਕੁਛ ਵੀ ਮੰਗਦੇ ਪਏ ਹਾਂ, ਇਹ ਸਭ ਦੁੱਖਾਂ ਦਾ ਕਾਰਨ ਹੈ। ਤਾਂ ਮਹਾਰਾਜ ਫਿਰ ਕੀ ਮੰਗੀਏ ਅਸੀਂ? ਦੇਹੁ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਆਪਣੇ ਨਾਮ ਦੀ ਦਾਤ ਸਾਡੀ ਝੋਲੀ 'ਚ ਪਾ ਦੇ, ਕੁਛ ਮੰਗਣ ਦੀ ਫਿਰ ਲੋੜ ਹੀ ਨਾ ਰਹਿ ਜਾਵੇ, ਹੋਰ ਕੁਛ ਮੰਗਣਾ ਹੀ ਨਾ ਪਵੇ। ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਕਿ ਬੰਦੇ ਦੀ ਮੂਰਖਤਾ ਦੇਖੋ। ਇਹ ਇੱਕ ਵੱਡੇ ਦਰਖਤ ਕੋਲ ਜਾਂਦਾ ਹੈ, ਕੋਈ ਉੱਥੋਂ ਪੱਤੇ ਮੰਗਦਾ ਹੈ, ਕੋਈ ਫੁੱਲ ਮੰਗਦਾ ਹੈ, ਕੋਈ ਫਲ ਮੰਗਦਾ ਹੈ, ਕੋਈ ਛਾਂ ਮੰਗਦਾ ਹੈ, ਕੋਈ ਠੰਡੀ ਹਵਾ ਮੰਗਦਾ ਹੈ। ਤੇ ਉਹ
ਕਹਿੰਦੇ ਸਨ ਜੇ ਦਰਖਤ ਕੋਲੋਂ ਦਰਖਤ ਨੂੰ ਹੀ ਮੰਗ ਲਈਏ ਤਾਂ ਸਾਰੀਆਂ ਹੀ ਚੀਜ਼ਾਂ ਵਿੱਚ ਹੀ ਆ ਜਾਂਦੀਆਂ ਨੇ, ਫਿਰ ਹੋਰ ਕੁਝ ਮੰਗਣ ਦੀ ਲੋੜ ਹੀ ਨਹੀਂ ਪੈ ਜਾਂਦੀ। ਜੇ ਦਰਖਤ ਹੀ ਸਾਡੇ ਘਰ ਆ ਜਾਵੇ ਤੇ ਫਲ ਵੀ ਆ ਜਾਣਗੇ, ਫੁੱਲ ਵੀ ਆ ਜਾਣਗੇ, ਠੰਡੀ ਛਾਂ ਵੀ ਆ ਜਾਏਗੀ, ਠੰਡੀ ਹਵਾ ਵੀ ਆ ਜਾਏਗੀ, ਹੋਰ ਕੁਝ ਮੰਗਣ ਦੀ ਲੋੜ ਹੀ ਨਹੀਂ ਰਹਿ ਜਾਣੀ। ਪਰ ਇਹ ਮੰਗ ਅਸੀਂ ਕਦੀ ਪ੍ਰਮਾਤਮਾ ਕੋਲੋਂ, ਗੁਰੂ ਕੋਲੋਂ ਕਦੀ ਮੰਗੀ ਨਹੀਂ ਹੈ ਅਸੀਂ। ਇੱਕ ਵਿਦਵਾਨ ਕਹਿੰਦੇ ਸਭ ਕੁਝ खुदा से मांग लिया, खुदा को मांग कर ਉੱਠਤੇ ਨਹੀਂ ਹੈ ਹਾਥ ਮੇਰੇ ਇਸ ਦੁਆ ਕੇ ਬਾਅਦ। ਕਹਿੰਦਾ ਜਦੋਂ ਰੱਬ ਕੋਲੋਂ ਰੱਬ ਨੂੰ ਹੀ ਮੰਗ ਲਿਆ ਨਾ ਤੇ ਫਿਰ ਕੁਝ ਹੋਰ ਮੰਗਣ ਦੀ ਮੈਨੂੰ ਲੋੜ ਹੀ ਨਹੀਂ ਰਹਿ ਗਈ। ਫਿਰ ਜੇ ਰੱਬ ਹੀ ਮਿਲ ਗਿਆ ਤੇ ਹੋਰ ਕੀ ਚਾਹੀਦਾ ਬੰਦੇ ਨੂੰ। ਕਹਿੰਦੀ ਹੈ ਜਦੋਂ ਦੇ ਇਸ ਬੱਚੇ ਦੇ ਮੈਂ ਦਰਸ਼ਨ ਕੀਤੇ ਨਾ, ਹੁਣ ਕੁਝ ਮੰਗਣ ਦੀ ਲੋੜ ਹੀ ਨਹੀਂ ਰਹਿ ਗਈ ਹੈ, ਹੁਣ ਮੈਂ ਕੁਝ ਨਹੀਂ ਮੰਗਣਾ ਹੈ। ਇੰਜ ਲੱਗਦਾ ਜਿਵੇਂ ਦੁਨੀਆ ਦੀ ਸਭ ਤੋਂ ਅਮੀਰ ਕੋਈ ਔਰਤ ਹੈ ਤੇ ਉਹ ਦੌਲਤਾਂ ਦਾਈ ਹੈ ਪਰ ਵਾਕਈ ਉਹ ਸਭ ਤੋਂ ਅਮੀਰ ਹੈ ਉਹ ਜਿਹਨੇ ਗੁਰੂ ਨਾਨਕ ਦਾ ਪਹਿਲਾ ਦਰਸ਼ਨ ਕੀਤਾ ਹੋਵੇ। ਪਿਤਾ ਨੇ ਨਹੀਂ ਕੀਤਾ, ਮਾਂ ਨੇ ਨਹੀਂ ਕੀਤਾ, ਭੈਣ ਨੇ ਨਹੀਂ ਕੀਤਾ ਹੈ, ਦਾਈ ਨੇ ਦਰਸ਼ਨ ਕੀਤੇ ਨੇ। ਪੁਰੋਹਿਤ ਜੀ ਪੁੱਛਦੇ ਨੇ ਕਿ ਜਦੋਂ ਇਸ ਬੱਚੇ ਦਾ ਜਨਮ ਹੋਇਆ ਕੋਈ ਐਸੀ ਘਟਨਾ ਤੂੰ ਦੇਖੀ ਹੋਵੇ ਜੋ ਸਾਨੂੰ ਦੱਸਣਾ ਚਾਹੇ, ਕੋਈ ਐਸਾ ਵਾਕਿਆ। ਦਾਈ ਕਹਿੰਦੀ ਹੈ ਕਿ ਜਦੋਂ ਇਸ ਬੱਚੇ ਦਾ ਜਨਮ ਹੋਇਆ ਨਾ ਤੇ ਜਿਸ ਕਮਰੇ ਦੇ ਵਿੱਚ ਜਨਮ ਹੋਇਆ ਇਸ ਬਾਲਕ ਦਾ, ਅਸੀਂ 4 ਬੱਤੀਆਂ ਵਾਲਾ ਦੀਵਾ ਜਗਾਇਆ ਹੋਇਆ ਸੀ, ਕਿਉਂਕਿ ਪੁਰਾਣਾ ਜ਼ਮਾਨਾ ਸੀ, ਹੋਰ ਕੋਈ ਸਾਧਨ ਹੈ ਨਹੀਂ ਸਨ। ਥੋੜ੍ਹਾ ਚਾਨਣਾ ਚਾਹੀਦਾ ਤਾਂ 1 ਬੱਤੀ, ਬਹੁਤਾ ਚਾਹੀਦਾ ਤਾਂ 2 ਬੱਤੀਆਂ, ਹੋਰ ਜ਼ਿਆਦਾ ਚਾਹੀਦਾ 4 ਬੱਤੀਆਂ ਕਰ ਲੈਂਦੇ ਸਨ। ਤੇ ਕਮਰਾ ਉਹ ਛੋਟਾ ਜਿਹਾ, ਜੇ ਤੁਸੀਂ ਗਏ ਹੋ ਤਾਂ ਦਰਸ਼ਨ ਕੀਤੇ ਹੋਣੇ ਨੇ ਜਾਂ TV ਤੇ ਦੇਖਿਆ ਹੋਣਾ, ਤਕਰੀਬਨ ਕੋਈ 9-10 ਫੁੱਟ ਦਾ ਕਮਰਾ ਹੈ ਉਹ, ਬਸ ਉਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਹੋਇਆ ਵੇ। ਦਾਸ ਨੇ 2 ਵਾਰੀ ਦਰਸ਼ਨ ਕੀਤੇ ਨੇ ਉੱਥੇ। ਛੋਟਾ ਜਿਹਾ ਕਮਰਾ, ਉਹਦੇ ਆਸ-ਪਾਸ ਵੱਡਾ ਬਰਾਂਡਾ ਬਣਾ ਕੇ ਤੇ ਸੰਗਤ ਦੇ ਬਹਿਣ ਵਾਸਤੇ ਜਗ੍ਹਾ ਬਣਾਈ ਹੋਈ ਹੈ। ਕਹਿੰਦੀ ਹੈ ਉਸ ਛੋਟੇ ਜਿਹੇ ਕਮਰੇ ਦੇ ਵਿੱਚ 4 ਬੱਤੀਆਂ ਵਾਲਾ ਦੀਵਾ ਜਗਦਾ ਪਿਆ ਸੀ, ਚਾਨਣਾ ਬੜਾ ਸੀ ਅੰਦਰ, ਕਿਉਂਕਿ 4 ਬੱਤੀਆਂ ਸਨ, ਕਮਰਾ ਵੀ ਛੋਟਾ ਜਿਹਾ। ਪਰ ਜਿਸ ਵਕਤ ਇਸ ਬੱਚੇ ਦਾ ਜਨਮ ਹੋਇਆ ਨਾ, ਕਹਿੰਦੀ ਹੈ ਇਤਨਾ ਚਾਨਣਾ ਹੋਇਆ, ਇਤਨਾ ਚਾਨਣਾ ਹੋਇਆ ਕਿ ਉਹ 4 ਬੱਤੀਆਂ ਵਾਲਾ ਜੋ ਦੀਪਕ ਜਲਦਾ ਪਿਆ ਸੀ ਨਾ, ਉਹ ਦਿਖਾਈ ਨਹੀਂ ਸੀ ਦਿੰਦਾ ਵੀ ਜਗਦਾ ਪਿਆ ਕਿ ਬੁਝ ਗਿਆ, ਉਹ ਨਜ਼ਰ ਨਹੀਂ ਸੀ ਆਉਂਦਾ ਕਿ ਜਗਦਾ ਪਿਆ ਕਿ ਬੰਦ ਹੋ ਗਿਆ ਉਹ। ਭਾਈ ਗੁਰਦਾਸ ਵੀ ਕਹਿੰਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਬਹੁਤ ਸਾਰੇ ਦੀਵੇ ਜਗਦੇ ਪਏ ਹੋਣ ਜਾਂ ਅਸਮਾਨ ਦੇ ਵਿੱਚ ਤਾਰੇ ਚੜੇ ਹੋਣ, ਜਿਵੇਂ ਹੁਣ ਰਾਤ ਦਾ ਸਮਾਂ ਹੈ ਤਾਂ ਤਾਰੇ ਨਿਕਲੇ ਨੇ ਬਹੁਤ ਸਾਰੇ, ਅਣਗਿਣਤ ਤਾਰੇ। ਪਰ ਜਦੋਂ ਸੂਰਜ ਚੜ੍ਹਦਾ ਹੈ ਨਾ ਤਾਂ ਫਿਰ ਇਹ ਸਾਰੇ ਤਾਰੇ ਅਲੋਪ ਹੋ ਜਾਂਦੇ ਨੇ, ਫਿਰ ਕੋਈ ਦਿਖਾਈ ਨਹੀਂ ਦਿੰਦਾ। ਫਿਰ ਕਦੀ ਦੇਖ ਲੈਣਾ ਕਰਕੇ ਧੁੱਪ ਦੇ ਵਿੱਚ ਦੀਵਾ ਜਗਾ ਕੇ ਰੱਖ ਦੇਣਾ, ਧੁੱਪ ਚੜ੍ਹੀ ਹੋਵੇ, ਨਜ਼ਰ ਨਹੀਂ ਆਏਗਾ ਵੀ ਦੀਵਾ ਜਗਦਾ ਪਿਆ ਕਿ ਬੁਝ ਗਿਆ, ਕਿਉਂਕਿ ਸੂਰਜ ਦਾ ਚਾਨਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਜਦੋਂ ਸੰਸਾਰ ਤੇ ਆਏ ਨੇ ਨਾ, ਦੀਵੇ ਤੇ ਬੜੇ ਜਗਦੇ ਪਏ ਸਨ, ਤਾਰੇ ਤੇ ਬੜੇ ਸਨ, ਸੂਰਜ ਨਹੀਂ ਸੀ। ਤਾਰੇ ਤੇ ਬਹੁਤ ਸਨ, ਦੀਵੇ ਵੀ ਬੜੇ ਸਨ। ਕਿਹੜੇ ਦੀਵੇ ਸਨ? ਜੋਗੀਆਂ ਦੇ ਦੀਵੇ ਬਹੁਤ ਸਨ, ਸਾਧੂਆਂ ਦੇ ਦੀਵੇ, ਸੰਨਿਆਸੀਆਂ ਦੇ ਦੀਵੇ, ਜੰਗਮਾਂ ਦੇ ਦੀਵੇ, ਪੀਰਾਂ ਫਕੀਰਾਂ ਦੇ ਦੀਵੇ। ਇਹ ਛੋਟੇ ਛੋਟੇ ਦੀਵੇ ਤੇ ਤਾਰੇ ਤੇ ਬਹੁਤ ਸਨ, ਸੂਰਜ ਨਹੀਂ ਸੀ।
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੂਰਜਾਂ ਦੇ ਵੀ ਮਹਾਨ ਸੂਰਜ ਐਸੇ ਸੰਸਾਰ ਦੇ ਵਿੱਚ ਆਏ ਕਿ ਇਹ ਛੋਟੇ ਮੋਟੇ ਟਿਮਟਿਮਾਂਦੇ ਦੀਵੇ ਤੇ ਇਹ ਤਾਰੇ ਸਾਰੇ ਅਲੋਪ ਹੋ ਗਏ ਨੇ, ਕਿਉਂਕਿ ਮਹਾਨ ਸੂਰਜ ਜੋ ਚੜਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ। ਅੰਧੇਰਾ ਦੂਰ ਹੋ ਗਿਆ ਵੇ। ਦੇਖੋ ਤਾਰੇ ਹੋਣ ਭਾਵੇਂ ਲੱਖਾਂ ਤਾਰੇ ਹੋਣ, ਪਰ ਅੰਧਕਾਰ ਤੇ ਫਿਰ ਵੀ ਰਹਿੰਦਾ ਵੇ। ਅੰਧਕਾਰ ਦੂਰ ਨਹੀਂ ਹੁੰਦਾ ਤਾਰਿਆਂ ਨਾਲ। ਦੀਵੇ ਤੁਸੀਂ ਹਜ਼ਾਰਾਂ ਹੀ ਜਗਾ ਲਵੋ, ਧੁੰਦ ਦੂਰ ਨਹੀਂ ਕਰ ਸਕਦੇ ਤੁਸੀਂ। ਬਲਕਿ ਹੁਣ ਤਾਂ ਜ਼ਮਾਨਾ ਬਦਲ ਗਿਆ ਹੈ, ਕਈ ਤਰ੍ਹਾਂ ਦੀਆਂ ਲਾਈਟਾਂ ਆ ਗਈਆਂ ਨੇ, ਪਰ ਫਿਰ ਵੀ ਜਦੋਂ ਧੁੰਦ ਪੈਂਦੀ ਹੈ ਤਾਂ ਇਹ ਲਾਈਟਾਂ ਵੀ ਕੰਮ ਨਹੀਂ ਕਰਦੀਆਂ ਨੇ। ਫਿਰ ਧੁੰਦ ਕਦੋਂ ਜਾਂਦੀ ਹੈ? ਜਦੋਂ ਸੂਰਜ ਨਿਕਲਦਾ ਹੈ, ਔਰ ਸੂਰਜ ਵੀ ਐਨ ਜਦੋਂ ਸਿਖਰ ਤੇ ਆ ਜਾਂਦਾ ਹੈ ਨਾ, ਫਿਰ ਸਾਰੀ ਧੁੰਦ ਦੂਰ ਹੋ ਜਾਂਦੀ ਹੈ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆ ਕੇ ਜਗਤ ਦੇ ਵਿੱਚ ਜਿਤਨੀ ਵੀ ਧੁੰਦ ਸੀ ਨਾ, ਉਹ ਸਾਰੀ ਧੁੰਦ ਨੂੰ ਦੂਰ ਕੀਤਾ ਹੈ। ਕਹਿੰਦੇ ਨੇ ਇਤਨਾ ਚਾਨਣਾ ਹੋਇਆ, ਇਤਨਾ ਚਾਨਣਾ ਹੋਇਆ, ਉਸ ਦੀਵੇ ਦਾ ਪਤਾ ਨਹੀਂ ਸੀ ਲੱਗਦਾ ਕਿ ਉਹ ਜਗਦਾ ਪਿਆ ਕਿ ਨਹੀਂ ਜਗਦਾ ਪਿਆ ਹੈ। ਦੂਸਰਾ ਕਹਿੰਦੀ ਹੈ ਕਿ ਮੇਰੇ ਇਹਨਾਂ ਹੱਥਾਂ ਦੇ ਵਿੱਚ ਸੈਂਕੜੇ ਹੀ ਬੱਚਿਆਂ ਦਾ ਜਨਮ ਹੋਇਆ, ਕਿਉਂਕਿ ਕੰਮ ਹੀ ਇਹੀ ਸੀ, ਦਾਈ ਦਾ ਕੰਮ ਕਰਦੀ ਸੀ ਉਹ ਪੁਰਾਣਾ ਜ਼ਮਾਨਾ। ਇਹਨਾਂ ਹੱਥਾਂ ਦੇ ਵਿੱਚ ਸੈਂਕੜੇ ਬੱਚਿਆਂ ਦਾ ਜਨਮ ਹੋਇਆ, ਪਰ ਜਿਤਨੇ ਵੀ ਬੱਚੇ ਆਏ ਨੇ ਇਹਨਾਂ ਹੱਥਾਂ ਦੇ ਵਿੱਚ, ਉਹ ਸਾਰੇ ਹੀ ਬੱਚੇ ਤਕਰੀਬਨ ਸਭ ਰੋਂਦੇ ਹੋਏ ਆਏ ਨੇ, ਸਭ ਰੋਂਦੇ ਨਾ ਆਏ। ਲੇਕਿਨ ਇੱਕ ਅਜੀਬ ਬੱਚਾ ਐਸਾ ਸੰਸਾਰ ਵਿੱਚ ਆਇਆ ਜਿਹੜਾ ਹੱਸਦਾ ਹੋਇਆ ਮੇਰੇ ਸਾਹਮਣੇ ਆਇਆ ਵੇ। ਕਹਿੰਦੀ ਹੈ ਮੈਂ ਅਜੀਬ ਕਰਿਸ਼ਮਾ ਦੇਖਿਆ, ਨਹੀਂ ਤਾਂ ਬੱਚੇ ਰੋਂਦੇ ਹੋਏ ਆਉਂਦੇ ਨੇ, ਪਰ ਇਹ ਬੱਚਾ ਹੱਸਦਿਆਂ ਹੋਇਆ ਮੈਨੂੰ ਅੱਗੋਂ ਆ ਕੇ ਮਿਲਿਆ ਹੈ। ਬੱਚਾ ਵਿਗਿਆਨਿਕ ਤੌਰ ਤੇ ਜਿਹੜੇ ਬੱਚੇ ਜਨਮ ਸਮੇਂ ਰੋਂਦੇ ਨਹੀਂ ਨੇ, ਉਹਨਾਂ ਬੱਚਿਆਂ ਨੂੰ ਡਾਕਟਰ ਜਾਂ ਨਰਸ ਚਪੇੜਾਂ ਮਾਰ ਮਾਰ ਕੇ ਉਸ ਨੂੰ ਰਵਾਇਆ ਜਾਂਦਾ ਵੀ ਇਹ ਰੋਵੇ ਕਿਸੇ ਤਰ੍ਹਾਂ, ਕਿਉਂਕਿ ਅਗਰ ਰੋਏਗਾ ਨਹੀਂ ਤਾਂ ਉਹਦੇ ਦਿਮਾਗ ਦਾ ਵਿਕਾਸ ਨਹੀਂ ਹੋ ਪਾਏਗਾ। ਮੈਂ ਐਸੇ ਬਹੁਤ ਸਾਰੇ ਬੱਚੇ ਦੇਖੇ ਨੇ, ਔਰ ਵਿਸ਼ੇਸ਼ ਤੌਰ ਤੇ ਮੈਂ ਕਈਆਂ ਕੋਲੋਂ ਪੁੱਛਿਆ ਵੀ ਹੈ, ਕਿਉਂਕਿ ਇੱਕ ਬੱਚਾ ਤਾਂ ਸਾਡੇ ਘਰ ਵਿੱਚ ਵੀ ਸੀ ਜੋ ਜਨਮ ਸਮੇਂ ਨਹੀਂ ਰੋਂਦੇ। ਉਹ ਬੱਚੇ ਮੰਦ ਬੁੱਧੀ ਰਹਿ ਜਾਂਦੇ ਨੇ, ਉਹ ਪਰਿਵਾਰ ਦੇ ਕਿਸੇ ਕੰਮ ਦੇ ਨਹੀਂ ਰਹਿੰਦੇ। ਇਸ ਵਾਸਤੇ ਡਾਕਟਰ ਕੋਸ਼ਿਸ਼ ਕਰਦੇ ਨੇ ਵੀ ਕਿਸੇ ਤਰੀਕੇ ਰੋ ਪਵੇ, ਇਹਨੂੰ ਰੋਣਾ ਚਾਹੀਦਾ ਵੇ। ਜਿਹੜੇ ਬੱਚੇ ਨਹੀਂ ਰੋਏ ਨੇ ਉਹ ਸਮਾਜ ਦੇ ਤੇ ਪਰਿਵਾਰ ਦੇ ਕਿਸੇ ਕੰਮ ਦੇ ਨਹੀਂ। ਉਹ ਇਸ ਤਰ੍ਹਾਂ ਕਹਿ ਲਓ ਵੀ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਹੁੰਦੇ ਨੇ, ਉਹ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ। ਲੇਕਿਨ ਵਿਦਵਾਨ ਇੱਥੋਂ ਅੰਦਾਜ਼ਾ ਲਾਉਂਦੇ ਨੇ ਕਿ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਰਵਾਣਾ ਹੁੰਦਾ ਵੇ, ਉਹ ਆਪ ਵੀ ਰੋਂਦੇ ਹੋਏ ਆਉਂਦੇ ਨੇ। ਉਹ ਜਿਸ ਨੇ ਸੰਸਾਰ ਤੇ ਆ ਕੇ ਜਗਤ ਨੂੰ ਖੁਸ਼ੀ ਦੇਣੀ ਹੈ, ਹਾਸਾ ਵੰਡਣਾ ਹੈ, ਉਹ ਆਪ ਰੋਂਦਿਆਂ ਹੋਇਆਂ ਕਿਵੇਂ ਸੰਸਾਰ ਤੇ ਆ ਸਕਦਾ ਵੇ। ਉਹ ਔਰ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲੈਣਾ, ਇੱਕ ਰੋਂਦਾ ਹੋਇਆ ਬੰਦਾ ਕਿਸੇ ਦੂਜੇ ਨੂੰ ਹਸਾ ਨਹੀਂ ਸਕਦਾ। ਉਹ ਰਵਾ ਤੇ ਸਕਦਾ ਵੇ ਲੇਕਿਨ ਹਸਾ ਨਹੀਂ ਸਕਦਾ। ਉਹ ਇੱਕ ਹੱਸਦਾ ਹੋਇਆ ਬੰਦਾ ਕਿਸੇ ਦੂਜੇ ਨੂੰ ਹਸਾ ਸਕਦਾ ਵੇ। ਕੋਈ ਰੋਂਦਾ ਹੋਇਆ ਬੰਦਾ ਕਿਸੇ ਨੂੰ ਨਹੀਂ ਹਸਾ ਸਕਦਾ। ਉਹ ਰਵਾ ਤੇ ਸਕਦਾ ਹੈ, ਔਰ ਦੁਨੀਆ ਦੇ ਵਿੱਚ ਜਿਹੜੇ ਰੋਂਦੇ ਹੋਏ ਆਏ ਨੇ ਉਹ ਦੁਨੀਆ ਨੂੰ ਰਵਾਉਂਦੇ ਪਏ ਨੇ। ਉਹ ਦੇਖ ਲਓ ਤੁਸੀਂ, ਮਾਂ ਬਾਪ ਰੋਂਦੇ ਪਏ ਨੇ, ਸਾਡੇ ਬੱਚੇ ਬੜੇ ਨਿਕੰਮੇ ਨੇ, ਨਾਲਾਇਕ, ਕਿਸੇ ਕੰਮ ਦੇ ਨਹੀਂ, ਰੋਂਦੇ ਪਏ ਨੇ। ਭਰਾ ਭਰਾ ਨੂੰ ਦੁਖੀ ਕਰਦਾ ਪਿਆ, ਰੋਂਦੇ ਪਏ ਨੇ ਵਿਚਾਰੇ। ਕਿਉਂ? ਰੋਂਦੇ ਹੋਏ ਆਏ ਨੇ, ਰੋਂਦੇ ਰਵਾ ਰਹੇ ਨੇ ਲੋਕੀ। ਮਿੱਤਰ ਮਿੱਤਰ ਨੂੰ ਪਿਆ ਰਵਾਉਂਦਾ ਵੇ, ਪੜੋਸੀ ਪੜੋਸੀ ਨੂੰ ਰਵਾਉਂਦਾ ਪਿਆ ਵੇ, ਪਤੀ ਪਤਨੀ ਨੂੰ ਰਵਾਉਂਦਾ ਪਿਆ, ਪਤਨੀ ਪਤੀ ਨੂੰ ਰਵਾਉਂਦੀ ਪਈ ਹੈ। ਤੁਸੀਂ ਦੇਖ ਲਵੋ ਅੱਜ, ਕਿਉਂਕਿ ਰੋਂਦੇ ਹੋਏ ਆਏ ਨੇ ਤੇ ਰਵਾ ਰਹੇ ਨੇ ਦੁਨੀਆ ਨੂੰ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਜ਼ਿੰਦਗੀ
ਮਹਾਰਾਜ ਸੱਚੇ ਪਾਤਸ਼ਾਹ ਨੇ ਤੜਫਦੇ ਹੋਏ ਲੋਕਾਂ ਦੇ ਵਿੱਚ ਹਾਸਾ ਵੰਡਿਆ ਹੈ। ਮਹਾਰਾਜ ਨੇ ਇੱਕ ਮੈਂ ਬੇਨਤੀ ਕਰਦਿਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸਾਰੇ ਜੀਵਨ ਦੇ ਵਿੱਚ ਕਦੀ ਰੋਏ ਨਹੀਂ ਹਨ ਮਹਾਰਾਜ। ਬਲਕਿ ਮੈਂ ਤਾਂ ਇਸ ਤਰ੍ਹਾਂ ਵੀ ਪੜ੍ਹਿਆ ਕਈ ਵਿਦਵਾਨਾਂ ਨੂੰ ਕਿ ਮਾਤਾ ਤ੍ਰਿਪਤਾ ਕਈ ਵਾਰੀ ਕਿਹਾ ਕਰਦੇ ਸਨ ਕਿ ਕਦੀ ਤੇ ਰੋ ਕੇ ਵਿਖਾ ਮੈਨੂੰ। ਰੋਂਦਾ ਹੀ ਨਹੀਂ ਹੈ, ਨਾ ਕੁਛ ਮੰਗਦਾ ਵੇ। ਮਾਂ ਨੂੰ ਚਾਹ ਹੁੰਦਾ ਸੀ ਵੀ ਕਿਸੇ ਵੇਲੇ ਰੋ ਕੇ ਮੇਰੇ ਗੱਲ ਨਾਲ ਲੱਗੇ, ਮੇਰੇ ਕੋਲੋਂ ਕੋਈ ਚੀਜ਼ ਮੰਗੇ, ਕੁਛ ਦੇ ਦਿਓ ਤੇ ਖਾ ਲੈਂਦਾ, ਨਾ ਦਿਓ ਤੇ ਬੈਠਾ ਰਹਿੰਦਾ ਮਸਤ। ਤਾਂ ਹੀ ਤੇ ਰਿਸ਼ਤੇਦਾਰਾਂ ਨੇ ਵੀ ਕਿਹਾ ਵੀ ਇਹ ਤੇ ਸ਼ੁਦਾਈ ਹੈ, ਇਹ ਤੇ ਦੀਵਾਨਾ ਹੈ। ਮਹਾਰਾਜ ਸਾਰੀ ਜ਼ਿੰਦਗੀ ਦੇ ਵਿੱਚ ਕਦੀ ਰੋਏ ਨਹੀਂ ਹਨ ਤੇ ਦੁਨੀਆ ਨੂੰ ਹਾਸਾ ਵੰਡਿਆ। ਲੇਕਿਨ ਇੱਕ ਸਮਾਂ ਐਸਾ ਆਇਆ, ਭਾਈ ਮਰਦਾਨਾ ਜੀ ਜਿਸ ਦਿਨ ਚਲਾਣਾ ਕਰ ਗਏ ਸਨ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਤਨਾ ਪਿਆਰ ਕਰਦੇ ਸਨ ਭਾਈ ਮਰਦਾਨੇ ਦੇ ਨਾਲ ਕਿ ਜਦੋਂ ਭਾਈ ਮਰਦਾਨਾ ਜੀ ਚਲਾਣਾ ਕਰ ਗਏ ਨੇ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸਨ ਮਹਾਰਾਜ ਦੇ। ਔਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹਉ ਵੀ ਰਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਝੀਣੀ ਬਾਣ ਰੋਣਾ, ਕਹਿੰਦੇ ਵੀ ਰੋਣਾ ਤੇ ਆਉਂਦਾ ਪਿਆ ਪਰ ਦੁੱਖ ਇਤਨਾ ਹੈ ਕਿ ਰੋਇਆ ਵੀ ਨਹੀਂ ਜਾਂਦਾ ਪਿਆ। ਜਿਹਨੂੰ ਕਹਿੰਦੇ ਨਾ ਹੋਕੇ ਆਉਣੇ, ਰੋਇਆ ਵੀ ਨਹੀਂ ਜਾਂਦਾ ਪਿਆ। ਮਰਦਾਨੇ ਦੇ ਨਾਲ ਕਿਤਨਾ ਪਿਆਰ ਕਰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ। ਇਤਨਾ ਪਿਆਰ ਕਿਧਰੇ ਸਾਡਾ ਗੁਰੂ ਦੇ ਨਾਲ ਬਣ ਜਾਵੇ। ਆਖਿਰ ਮਰਦਾਨੇ ਨੇ ਆਪਣਾ ਜੀਵਨ ਪੇਸ਼ ਕੀਤਾ ਹੋਣਾ ਹੈ ਨਾ, ਤਾਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਤਨਾ ਪਿਆਰ ਕਰਦੇ ਪਏ ਨੇ। ਕਿਧਰੇ ਅਸੀਂ ਜੀਵਨ ਬਣਾ ਲਈਏ ਐਸਾ ਆਪਣਾ ਮਰਦਾਨੇ ਵਰਗਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜ਼ਰੂਰ ਸਾਡੇ ਨਾਲ ਪਿਆਰ ਕਰਨਗੇ। ਪਰ ਅਸੀਂ ਜੀਵਨ ਬਣਾਇਆ ਹੀ ਨਹੀਂ ਹੈ ਆਪਣਾ ਐਸਾ। ਕਹਿੰਦੀ ਇਹ ਬੱਚਾ ਅਜੀਬ ਆਇਆ ਜੋ ਹੱਸਦਾ ਹੋਇਆ ਮੈਨੂੰ ਮਿਲਿਆ ਵੇ। ਆਮ ਬੱਚੇ ਰੋਂਦੇ ਹਨ। ਪੁਰੋਹਿਤ ਨੇ ਜਿਸ ਵਕਤ ਸਾਰਾ ਕੁਛ ਪੁੱਛ ਲਿਆ ਨਾ, ਤੇ ਹੁਣ ਪੁਰੋਹਿਤ ਕਹਿੰਦਾ ਵੀ ਉਸ ਬੱਚੇ ਦੇ ਮੈਨੂੰ ਦਰਸ਼ਨ ਕਰਾਓ। ਲੈ ਕੇ ਜਦੋਂ ਸਾਹਮਣੇ ਆਂਦਾ ਤੇ ਇਸ ਪੁਰੋਹਿਤ ਨੇ ਦਰਸ਼ਨ ਕਰਦਿਆਂ ਹੀ ਆਪਣਾ ਮਸਤਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਵੇ। ਔਰ ਹੁਣ ਪੁਰੋਹਿਤ ਜੋ ਮਹਿਤਾ ਕਲਿਆਣ ਦਾਸ ਜੀ ਨੂੰ ਦੱਸਦਾ ਵੇ, ਪੁਰੋਹਿਤ ਜੀ ਸ਼ੁਭ ਬਚਨ ਅਲਾਇਆ, ਇਹ ਬਾਲਕ ਰਾਇਨ ਸਿਰ ਰਾਇਆ, ਛਤਰਪਤੀ ਹੋਏ ਇਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ। ਪੁਰੋਹਿਤ ਜੀ ਸ਼ੁਭ ਬਚਨ ਅਲਾਇਆ। ਪੁਰੋਹਿਤ ਨੇ ਫਿਰ ਮਹਿਤਾ ਕਲਿਆਣ ਦਾਸ ਜੀ ਨੂੰ ਦੱਸਿਆ ਵੀ ਇਹ ਬੱਚਾ ਕਿਸ ਤਰ੍ਹਾਂ ਦਾ ਹੈ। ਇਹ ਬਾਲਕ ਰਾਇਨ ਸਿਰ ਰਾਇਆ, ਇਹ ਬੱਚਾ ਕੋਈ ਮਾਮੂਲੀ ਬੱਚਾ ਨਹੀਂ ਹੈ, ਇਹ ਰਾਜਿਆਂ ਦਾ ਵੀ ਮਹਾਰਾਜਾ ਬੱਚਾ ਹੈ, ਮਾਮੂਲੀ ਬੱਚਾ ਨਹੀਂ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਇਸ ਬੱਚੇ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਰੱਖ ਦੇਣਗੇ। ਇਹ ਕੋਈ ਮਾਮੂਲੀ ਬੱਚਾ ਨਹੀਂ ਹੈ। ਬੜੇ ਬੜੇ ਗਿਆਨਵਾਨ ਪੰਡਿਤ ਜਿਨ੍ਹਾਂ ਦਾ ਜਗਤ ਦੇ ਵਿੱਚ ਨਾਮ ਹੋਵੇਗਾ, ਜਦੋਂ ਇਸ ਬੱਚੇ ਦੇ ਸਾਹਮਣੇ ਆਉਣਗੇ ਨਾ ਤਾਂ ਆਪਣਾ ਮਸਤਕ ਇਹਦੇ ਚਰਨਾਂ ਦੇ ਵਿੱਚ ਰੱਖ ਦੇਣਗੇ। ਬੜੇ ਬੜੇ ਧਨਵਾਨ ਲੋਕ ਜਿਨ੍ਹਾਂ ਦਾ ਦੁਨੀਆ ਤੇ ਨਾਮ ਹੋਵੇਗਾ, ਜਦੋਂ ਇਸ ਬੱਚੇ ਦੇ ਸਾਹਮਣੇ ਆਉਣਗੇ ਨਾ ਤਾਂ ਆਪਣਾ ਮਸਤਕ ਇਹਦੇ ਚਰਨਾਂ ਦੇ ਵਿੱਚ ਰੱਖ ਦੇਣਗੇ। ਬੜੇ ਬੜੇ ਜੋਗੀ, ਬੜੇ ਬੜੇ ਸੰਨਿਆਸੀ ਇਸ ਬੱਚੇ ਦੀ ਚਰਨ ਧੂੜ ਲੈ ਕੇ ਤੇ ਆਪਣੇ ਮਸਤਕ ਤੇ ਲਾਇਆ ਕਰਨਗੇ। ਇਹ ਬੱਚਾ ਕੋਈ ਮਾਮੂਲੀ ਬੱਚਾ ਨਹੀਂ ਹੈ। ਇਹ ਬਾਲਕ ਹੈ ਪ੍ਰੇਮ ਵਿਯੋਗੀ, ਇਹ ਬਾਲਕ ਜੋਗਨ ਸਿਰ ਜੋਗੀ। ਇਹ ਬੱਚਾ ਬਚਪਨ ਤੋਂ ਹੀ ਪ੍ਰਮਾਤਮਾ ਦੇ ਵਿਛੋੜੇ ਦਾ ਪ੍ਰੇਮ ਲੈ ਕੇ ਪੈਦਾ ਹੋਇਆ ਵੇ, ਬਚਪਨ ਤੋਂ ਹੀ।
ਇਹ ਜੋਗੀਆਂ ਦਾ ਮਹਾਨ ਜੋਗੀ ਹੈ, ਕੋਈ ਮਾਮੂਲੀ ਬੱਚਾ ਨਹੀਂ ਹੈ। ਆਪਾਂ ਪੜ੍ਹਦੇ ਹਾਂ ਨਾ ਬਾਣੀ ਵੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ। ਇਹ ਤਾਂ ਨਿਰੰਕਾਰ ਦਾ ਰੂਪ ਸੰਸਾਰ ਦੇ ਵਿੱਚ ਆਇਆ ਹੈ। ਬੜੇ ਬੜੇ ਕੋਡੇ ਰਾਖਸ਼ਸ ਜੈਸੇ ਪਹਿਲਵਾਨ ਜਿਹੜੇ 4-4 ਬੰਦਿਆਂ ਨੂੰ ਪਕੜ ਲੈਣ ਤੇ ਛੁਡਾ ਨਹੀਂ ਸਕਦੇ, ਹੋ ਜਦੋਂ ਇਸ ਬੱਚੇ ਦੇ ਸਾਹਮਣੇ ਆਉਣਗੇ ਨਾ ਤਾਂ ਆਪਣਾ ਮਸਤਕ ਇਹਦੇ ਚਰਨਾਂ ਦੇ ਵਿੱਚ ਰੱਖ ਦੇਣਗੇ। ਇਹ ਬੱਚਾ ਕੋਈ ਮਾਮੂਲੀ ਬੱਚਾ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਪਹਿਲੇ ਤਕਰੀਬਨ ਕੋਈ 5.5 ਸਾਲ ਪਹਿਲੇ ਜ਼ਿਲ੍ਹਾ ਲਾਹੌਰ, ਪਿੰਡ ਚਹਿਲ, ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਇੱਕ ਬੱਚੀ ਦਾ ਜਨਮ ਹੋਇਆ, ਜਿਸ ਨੂੰ ਸਭ ਤੋਂ ਪਹਿਲੇ ਚੁੱਕਿਆ ਸੀ ਨਾਨੀ ਨੇ। ਤੇ ਨਾਨੀ ਦਾ ਉਸ ਬੱਚੀ ਨਾਲ ਪ੍ਰੇਮ ਬੜਾ ਸੀ, ਮੋਹ ਬੜਾ ਸੀ। ਹੁੰਦਾ ਦੋਤਰੇ ਦੋਤਰੀਆਂ ਦੇ ਨਾਲ ਨਾਨਾ ਨਾਨੀ ਦਾ ਪ੍ਰੇਮ ਬਹੁਤ ਹੁੰਦਾ ਉਹਨਾਂ ਦਾ। ਨਾਨੀ ਇਤਨਾ ਪ੍ਰੇਮ ਕਰਦੀ ਸੀ ਕਿ ਉਹ ਬਾਰ-ਬਾਰ ਕਹਿੰਦੀ ਸੀ ਕਿ ਇਹ ਨਾਨਕਿਆਂ ਦੀ, ਇਹ ਨਾਨਕਿਆਂ ਦੀ। ਉੱਥੋਂ ਹੀ ਨਾਮ ਪੈ ਗਿਆ ਇਸ ਬੱਚੀ ਦਾ ਨਾਨਕੀ। ਕਿਸੇ ਪੰਡਤ ਨੇ ਜਾਂ ਕਿਸੇ ਪੁਰੋਹਿਤ ਨੇ ਜਾਂ ਕਿਸੇ ਹੋਰ ਵਿਦਵਾਨ ਨੇ ਇਹ ਨਾਮ ਨਹੀਂ ਰੱਖਿਆ ਹੈ। ਇਹ ਨਾਮ ਪ੍ਰਮਾਤਮਾ ਵੱਲੋਂ ਆਇਆ, ਨਾਨਕਿਆਂ ਦੀ, ਤੇ ਨਾਮ ਪੈ ਗਿਆ ਨਾਨਕੀ। 5.5 ਸਾਲ ਬਾਅਦ ਜਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਗੁਰੂ ਨਾਨਕ ਦਾ ਜਨਮ ਹੋਇਆ, ਤਾਂ ਮਾਤਾ ਜੀ ਨੇ ਇਸ ਬੱਚੇ ਨੂੰ ਚੁੱਕ ਕੇ ਭੈਣ ਨਾਨਕੀ ਦੀ ਗੋਦ ਵਿੱਚ ਪਾਇਆ ਤੇ ਆਖਿਆ, ਨਾਨਕੀ ਦਾ ਵੀਰ ਨਾਨਕ। ਇੱਕ ਨਾਮ ਨਾਨੀ ਨੇ ਰੱਖਿਆ ਸੀ, ਇੱਕ ਨਾਮ ਮਾਂ ਨੇ ਰੱਖਿਆ ਵੇ। ਵਿਦਵਾਨ ਕਹਿੰਦੇ ਨੇ ਕਿ ਇਹ ਨਾਮ ਕੋਈ ਮਾਮੂਲੀ ਨਾਮ ਨਹੀਂ ਹਨ, ਇਹ ਨਾਮ ਪਰਮੇਸ਼ਰ ਵੱਲੋਂ ਆਏ ਨੇ, ਰੱਬ ਵੱਲੋਂ ਆਏ ਨੇ। ਔਰ ਇਸ ਨਾਮ ਦੇ ਵਿੱਚ ਬੜੀ ਖੂਬੀ ਹੈ। ਇਹ ਨਾਮ ਹੀ ਕੋਈ ਮਾਮੂਲੀ ਨਹੀਂ ਹੈ। ਮੈਂ ਹੁਣੇ ਅਰਜ਼ ਕੀਤੀ ਸੀ ਕਿ ਨਾਮ ਦੇ ਮੁਤਾਬਕ ਸਾਡਾ ਜੀਵਨ ਨਹੀਂ ਹੁੰਦਾ, ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜੈਸਾ ਨਾਮ ਹੈ ਵੈਸਾ ਹੀ ਉਹਨਾਂ ਦਾ ਕੰਮ ਵੀ ਹੈ। ਨਿਰਮਲੇ ਸਾਧੂਆਂ ਨੇ ਨਾਨਕ ਨਾਮ ਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਇਹਦੇ ਕੀ ਅਰਥ ਬਣਦੇ ਨੇ। 2 ਸ਼ਬਦਾਂ ਨੂੰ ਜੋੜ ਕੇ ਤੇ ਇੱਕ ਸ਼ਬਦ ਬਣਾਇਆ ਹੋਵੇ, 2 ਸ਼ਬਦਾਂ ਨੂੰ ਜੋੜ ਕੇ। ਬੜੇ ਵਿਦਵਾਨ ਬੈਠੇ ਨੇ, ਡਾਕਟਰ ਹਰਬੰਸ ਸਿੰਘ ਜੀ ਮੇਰੇ ਤੋਂ ਬਿਹਤਰ ਜਾਣਦੇ ਨੇ, ਮੈਂ ਤਾਂ ਬਿਲਕੁਲ ਕੋਰਾ ਅਨਪੜ੍ਹ ਬੰਦਾ ਹਾਂ। ਸੰਸਕ੍ਰਿਤ ਦੇ ਵਿੱਚ ਐਸਾ ਕੀਤਾ ਜਾਂਦਾ ਹੈ ਕਿ 2 ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾ ਦਿੱਤਾ ਜਾਂਦਾ ਹੈ। ਕਵਿਤਾ ਦੀ ਚਾਲ ਨੂੰ ਪੂਰਾ ਕਰਨ ਵਾਸਤੇ, ਉਹਦੀ ਲੈਅ ਨੂੰ ਬਰਕਰਾਰ ਰੱਖਣ ਵਾਸਤੇ। ਜਦੋਂ ਅਰਥ ਕੀਤੇ ਜਾਂਦੇ ਨੇ ਤਾਂ ਅਰਥ 2 ਬਣ ਜਾਂਦੇ ਨੇ, ਵੈਸੇ ਸ਼ਬਦ ਇੱਕ ਹੁੰਦਾ ਹੈ। ਬਲਕਿ ਅਗਰ ਤੁਸੀਂ ਵੇਦ ਸ਼ਾਸਤਰ ਜਾਂ ਗੀਤਾ ਹੀ ਪੜ੍ਹੋ, ਉਹਦੇ ਵਿੱਚ ਪੂਰੀ ਲਾਈਨ ਇੱਕ ਅੱਖਰ ਬਣਾਇਆ ਹੋਇਆ। ਜੇ ਉਹਨਾਂ ਦੇ ਅਰਥ ਕਰੋ ਤਾਂ 5-5, 6-6 ਅੱਖਰਾਂ ਨੂੰ ਜੋੜਿਆ ਹੋਇਆ ਵੇ। ਜਦੋਂ ਸੰਧੀ ਵਿਛੇਦ ਕਰੋ ਨਾ, ਅਰਥ ਕੀਤੇ ਜਾਣ, ਤੇ ਫਿਰ ਪਤਾ ਲੱਗਦਾ ਹੈ ਵੀ ਕਿਤਨੇ ਅੱਖਰ ਜੋੜੇ ਗਏ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੇ ਕਈ ਸ਼ਬਦ ਨੇ ਜਿਨ੍ਹਾਂ ਦੇ ਅਰਥ ਕਰੀਏ ਤੇ ਅਰਥ 2 ਬਣਦੇ ਹਨ, ਪਰ ਅੱਖਰਾਂ ਨੂੰ ਜੋੜ ਕੇ ਇੱਕ ਸ਼ਬਦ ਬਣਾ ਦਿੱਤਾ ਵੇ। ਜੈਸੇ ਭਗਤ ਜੈਦੇਵ ਜੀ ਦਾ ਪਦਾ ਹੈ, ਪਰਮਾਦ ਪੁਰਖ ਮਨੋ ਪਿਮੰਗ ਸਤ ਆਦ ਭਾਵ ਰਤਨ। ਹੁਣ ਸ਼ਬਦ ਹੈ ਪਰਮ ਆਦ, 2 ਸ਼ਬਦ ਨੇ, ਪਰਮ ਆਦ, ਪਰ ਐੜਾ ਵਿੱਚੋਂ ਕੱਢ ਦਿੱਤਾ ਤੇ ਇੱਕ ਸ਼ਬਦ ਬਣਾ ਦਿੱਤਾ ਹੈ ਪਰਮਾਦ। ਵੈਸੇ 2 ਸ਼ਬਦ ਨੇ, ਪਰਮ ਆਦ। ਸ਼ਬਦ ਹੈ ਮਨੋ ਉਪਮੰਗ, ਪਰ ਊੜਾ ਵਿੱਚੋਂ ਕੱਢ ਦਿੱਤਾ ਤੇ ਸ਼ਬਦ ਬਣ ਗਿਆ ਮਨੋ ਪਿਮੰਗ। 2 ਅੱਖਰਾਂ ਨੂੰ ਜੋੜ ਕੇ ਇੱਕ ਅੱਖਰ ਬਣਾ ਦਿੱਤਾ ਵੇ। ਵਿਦਵਾਨ ਕਹਿੰਦੇ ਨੇ ਕਿ ਗੁਰੂ ਨਾਨਕ ਦਾ ਜਿਹੜਾ ਨਾਮ ਹੈ ਇਹ 2 ਅੱਖਰਾਂ ਨੂੰ ਜੋੜ ਕੇ ਬਣਾਇਆ ਗਿਆ।
ਤੇ ਦੋ ਅੱਖਰ ਕਿਹੜੇ ਨੇ? ਨਾ ਅਨਕ ਵਿੱਚ ਐੜਾ ਹੈ। ਨਾ ਵੱਖਰਾ ਹੈ, ਅਨਕ ਵੱਖਰਾ ਹੈ। ਐੜਾ ਵਿੱਚੋਂ ਕੱਢ ਦਿੱਤਾ, ਨਾ ਨਕ ਇੱਕ ਸ਼ਬਦ ਬਣ ਗਿਆ ਵੇ। ਜਿਹੜਾ ਨਨਕਾਣਾ ਸਾਹਿਬ ਸ਼ਬਦ ਹੈ ਨਾ, ਇਹ ਵੀ ਦੋ ਅੱਖਰ ਨੇ। ਨਾਨਕ ਆਣਾ, ਨਾਨਕ ਆਣਾ ਵਿੱਚੋਂ ਐੜਾ ਕੱਢ ਦਿੱਤਾ, ਸ਼ਬਦ ਪੱਕ ਗਿਆ ਨਨਕਾਣਾ। ਵੈਸੇ ਤਾਂ ਇਹ ਸ਼ਬਦ ਹੈ ਕਿ ਨਾਨਕ ਆਣਾ, ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਆਏ ਨੇ, ਪਰ ਦੋ ਅੱਖਰਾਂ ਨੂੰ ਜੋੜ ਦਿੱਤਾ, ਇੱਕ ਸ਼ਬਦ ਬਣ ਗਿਆ ਨਨਕਾਣਾ। ਨਾ ਅਨਕ, ਗੁਰੂ ਨਾਨਕ ਦੇ ਨਾਮ ਦੇ ਵਿੱਚ ਐੜਾ ਸੀ, ਉਹਨੂੰ ਕੱਢ ਦਿੱਤਾ। ਨਾ ਅਨਕ, ਜਿਸ ਦੇ ਵਿੱਚ ਕੋਈ ਅਨੇਕਤਾ ਨਹੀਂ ਹੈ, ਜੋ ਇੱਕ ਨੂੰ ਸੁਣਦਾ, ਇੱਕ ਨੂੰ ਬੋਲਦਾ, ਇੱਕ ਨੂੰ ਦੇਖਦਾ, ਇੱਕ ਦੇ ਨਾਲ ਜੁੜਦਾ ਤੇ ਸਾਰੀ ਦੁਨੀਆ ਨੂੰ ਇੱਕ ਦੇ ਨਾਲ ਜੋੜਦਾ ਹੈ। ਕਿਉਂ? ਕਿਉਂਕਿ ਅਨੇਕਤਾ ਨਹੀਂ ਹੈ। ਨਾ ਅਨਕ, ਜਿਸ ਵਿੱਚ ਕੋਈ ਅਨੇਕਤਾ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਰਸਨਾ ਤੋਂ ਵੀ ਜੋ ਸਭ ਤੋਂ ਪਹਿਲਾ ਬ੍ਰਹਮ ਵਾਕ ਨਿਕਲਿਆ, ਉਹ ਬ੍ਰਹਮ ਵਾਕ ਵੀ ਸੀ ਇੱਕ ਓੰਕਾਰ। ਪ੍ਰਮਾਤਮਾ ਇੱਕ ਹੈ, ਦੂਸਰਾ ਕੋਈ ਨਹੀਂ ਹੈ। ਇੱਕ ਪਰਮਾਤਮਾ। ਆਪੇ ਪੱਟੀ ਕਲਮ ਆਪ, ਉਪਰ ਲੇਖ ਵੀ ਤੂੰ। ਏਕੋ ਕਹੀਏ ਨਾਨਕਾ, ਦੂਜਾ ਕਾਹੇ ਕੋ। ਦੂਸਰਾ ਤੇ ਕੋਈ ਹੈ ਹੀ ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ। ਸਿੱਧਾਂ ਨੇ ਵੀ ਪੁੱਛ ਲਿਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਜਗਤ ਨੂੰ ਕੀ ਉਪਦੇਸ਼ ਦਿੰਦੇ ਹੋ? ਤੁਹਾਡਾ ਮਾਰਗ ਕੀ ਹੈ? ਤੁਹਾਡਾ ਰਸਤਾ ਕੀ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ। ਕਹੋ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਇੱਕ ਦੇ ਨਾਲ ਜੁੜਨਾ ਤੇ ਇੱਕ ਦੇ ਨਾਲ ਜੋੜਨਾ, ਇਹ ਗੁਰੂ ਨਾਨਕ ਦਾ ਪੰਥ ਹੈ। ਹੋਰ ਕੋਈ ਪੰਥ ਨਹੀਂ ਹੈ। ਇੱਕ ਨਾਲ ਜੋੜਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਤਾਂ ਉਹ ਵੀ ਇੱਕ ਤੋਂ ਹੁੰਦੀ ਹੈ, ਇੱਕ ਓੰਕਾਰ। ਸਾਰੀ ਜ਼ਿੰਦਗੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਾ ਹੀ ਪ੍ਰਚਾਰ ਕੀਤਾ, ਇੱਕ ਦੇ ਨਾਲ ਜੋੜਿਆ, ਇੱਕ ਦੇ ਨਾਲ ਜੁੜੇ ਨੇ। ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਕਾ ਮਦੀਨਾ ਦੇ ਵਿੱਚ ਗਏ ਨੇ ਮਰਦਾਨੇ ਨੂੰ ਜ਼ਿਆਰਤ ਕਰਾਉਣ ਵਾਸਤੇ, ਉੱਥੋਂ ਦੇ ਮਜ਼ਦੂਰਾਂ ਨੇ ਗੁਰੂ ਨਾਨਕ ਨੂੰ ਪੁੱਛ ਲਿਆ ਸੀ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੁਹਾਡੇ ਕੋਲ ਜਿਹੜੀ ਕਿਤਾਬ ਹੈ, ਇਸ ਨੂੰ ਖੋਲ ਕੇ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਇੱਕ ਬੇਨਤੀ ਕਰਦਿਆਂ ਮੈਂ, ਜਿਸ ਬਾਣੀ ਨੂੰ ਅਸੀਂ ਮੱਥਾ ਟੇਕਦੇ ਪਏ ਹਨ, ਇਹ ਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲਿਖ ਕੇ ਸਾਨੂੰ ਦੇ ਗਏ ਨੇ। ਸਾਡੇ ਬੜੇ ਵੱਡੇ ਭਾਗ ਨੇ ਕਿ ਗੁਰੂ ਨਾਨਕ ਸਾਹਿਬ ਕੋਲ ਜਿਹੜੀ ਬਾਣੀ ਨਿਰੰਕਾਰ ਵੱਲੋਂ ਆਈ ਹੈ, ਸਤਿਗੁਰੂ ਆਪਣੇ ਹੱਥਾਂ ਦੇ ਨਾਲ ਲਿਖ ਕੇ ਸਾਨੂੰ ਦੇ ਗਏ ਨੇ। ਵਰਨਾ ਦੁਨੀਆ ਦੇ ਜਿਤਨੇ ਗ੍ਰੰਥ ਨੇ, ਮੈਂ ਸਭ ਦਾ ਸਤਿਕਾਰ ਕਰਦਾ ਹਾਂ, ਕਿਸੇ ਦਾ ਨਿਰਾਦਰ ਨਹੀਂ ਅਸੀਂ ਕਰ ਸਕਦੇ। ਜਿਤਨੇ ਵੀ ਗ੍ਰੰਥ ਨੇ, ਜੋ ਅਵਤਾਰਾਂ ਨੇ ਜਾਂ ਰਿਸ਼ੀ ਮੁਨੀਆਂ ਨੇ ਜੋ ਵੀ ਉਚਾਰਨ ਕੀਤੇ ਨੇ, ਅੱਜ ਲਿਖੇ ਨੇ ਗ੍ਰੰਥ, ਉਹ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ, ਉਹ ਖੁਦ ਲਿਖ ਕੇ ਨਹੀਂ ਦੇ ਗਏ। ਉਹਨਾਂ ਨੇ ਆਪ ਨਹੀਂ ਲਿਖੀ ਹੈ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਮੰਨਣ ਵਾਲਿਆਂ ਨੇ ਉਹਨਾਂ ਬਾਣੀਆਂ ਨੂੰ ਇਕੱਠਾ ਕਰਕੇ ਤੇ ਫਿਰ ਲਿਖਿਆ ਵੇ। ਵੇਦਾਂ ਦੀ ਜਿਹੜੀ ਬਾਣੀ ਹੈ, ਉਸ ਨੂੰ ਸ਼ਰੂਤੀ ਕਿਹਾ ਜਾਂਦਾ ਹੈ। ਸ਼ਰੂਤੀ ਦਾ ਮਤਲਬ ਹੁੰਦਾ ਸੁਣਿਆ ਹੋਇਆ ਗਿਆਨ। ਕਿਉਂਕਿ ਜਦੋਂ ਬਾਣੀ ਉਚਾਰਨ ਕੀਤੀ ਗਈ, ਉਸ ਵਕਤ ਕੋਈ ਐਸੇ ਸਾਧਨ ਨਹੀਂ ਸਨ, ਨਾ ਸਿਆਹੀ ਸੀ, ਨਾ ਪੈਨ ਸੀ, ਕੋਈ ਭਾਸ਼ਾ ਨਹੀਂ ਸੀ ਲਿਖਣ ਵਾਲੀ। ਇਹ ਤੇ ਸਭ ਬਾਅਦ ਵਿੱਚ ਬਣੀਆਂ ਨੇ ਭਾਸ਼ਾਵਾਂ। ਇਹ ਸਭ ਬਾਅਦ ਵਿੱਚ ਲਿਖੀਆਂ ਗਈਆਂ ਨੇ। ਇਸ ਵਾਸਤੇ ਜਿਹੜੇ ਵਿਦਵਾਨ ਇਹਨਾਂ ਦੇ ਉੱਤੇ ਕੰਮ ਕਰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਮਿਲਾਵਟ ਹੈ ਕਿਧਰੇ ਨਾ ਕਿਧਰੇ। ਇਸ ਵਕਤ ਮੇਰਾ ਇਹ ਵਿਸ਼ਾ ਨਹੀਂ ਹੈ, ਪਰ ਗੁਰੂ ਨਾਨਕ ਸਾਹਿਬ
ਉਸ ਬਾਣੀ ਨੂੰ ਖੁਦ ਲਿਖ ਕੇ ਸਾਨੂੰ ਦੇ ਗਏ, ਜਿਸ ਬਾਣੀ ਨੂੰ ਅਸੀਂ ਮੱਥਾ ਟੇਕਦੇ ਪਏ ਹਾਂ। ਸਤਿਗੁਰਾਂ ਦੇ ਕੋਲ ਇੱਕ ਪੋਥੀ ਹੁੰਦੀ ਸੀ, ਜਿਹੜੀ ਬਾਣੀ ਆਉਂਦੀ ਏ ਮਹਾਰਾਜ ਲਿਖ ਲੈਂਦੇ ਸਨ ਉਸ ਨੂੰ। ਇਸੇ ਪੋਥੀ ਨੂੰ ਮੱਕੇ ਮਦੀਨਾ ਦੇ ਮਜ਼ਦੂਰਾਂ ਨੇ ਦੇਖ ਕੇ ਸੋਚਿਆ ਵੀ ਸ਼ਾਇਦ ਕੁਰਾਨ ਸ਼ਰੀਫ ਹੈ ਇਹਨਾਂ ਕੋਲ, ਕਿਉਂਕਿ 500 ਸਾਲ ਪਹਿਲੇ ਮੱਕਾ ਮਦੀਨਾ ਦੇ ਵਿੱਚ ਕੋਈ ਗੈਰ ਮੁਸਲਮਾਨ ਨਹੀਂ ਸੀ ਜਾ ਸਕਦਾ, ਹੁਣ ਵੀ ਨਹੀਂ ਜਾ ਸਕਦਾ। 500 ਸਾਲ ਤੇ ਹੋ ਗਏ ਨੇ। ਇਹ ਕੇਵਲ ਗੁਰੂ ਨਾਨਕ ਦਾ ਹੀ ਘਰ ਹੈ ਜਿੱਥੇ 4 ਦਰਵਾਜ਼ੇ ਰੱਖੇ ਜਾਂਦੇ ਨੇ, ਚਾਰੇ ਦਿਸ਼ਾਵਾਂ ਤੋਂ, ਚਾਰੇ ਮਜ਼ਹਬਾਂ ਦੇ ਲੋਕ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼, ਚੌਂ ਵਰਨਾ ਕੋ ਸਾਂਝਾ, ਸਭ ਨੂੰ ਸਾਂਝਾ ਉਪਦੇਸ਼ ਹੈ। ਕਿਉਂਕਿ ਇੱਥੇ ਸ਼ੁਰੂਆਤ ਹੀ ਇੱਕ ਤੋਂ ਹੁੰਦੀ ਹੈ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਬਣਾਉਣ ਵਾਲਾ ਇੱਕ ਹੈ ਪ੍ਰਮਾਤਮਾ। ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਫਿਰ ਵਿਤਕਰਾ ਕਿਹੜੀ ਗੱਲ ਦਾ ਹੈ। ਗੁਰੂ ਨਾਨਕ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਹੈ, ਕਿਸੇ ਨਾਲ ਵੀ ਨਹੀਂ। ਸਦਨਾ ਜੀ ਬੋਲਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਭਗਤ ਕਬੀਰ ਸਾਹਿਬ ਬੋਲਦੇ ਪਏ ਨੇ, ਭਗਤ ਨਾਮਦੇਵ ਜੀ ਬੋਲਦੇ ਪਏ ਨੇ, ਭਗਤ ਰਵਿਦਾਸ ਜੀ ਬੋਲਦੇ ਪਏ ਨੇ, ਜਿਨ੍ਹਾਂ ਨੂੰ ਦੁਨੀਆ ਪਰਛਾਵੇਂ ਕੋਲੋਂ ਵੀ ਡਰਦੀ ਸੀ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ। ਕਿਉਂ ਬੈਠੇ ਨੇ? ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇੱਥੇ ਤੇ ਜੇ ਕੋਈ ਰਾਮ ਜਪਦਾ ਤਾਂ ਮਹਾਰਾਜ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਕੋਈ ਨਮਾਜ਼ ਪੜ੍ਹਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ 5 ਨਮਾਜ਼ਾਂ ਦੀ ਗੱਲ ਕਰਦੇ ਨੇ। 5 ਨਮਾਜ਼ਾਂ, ਵਕਤ 5, ਪੰਜੇ ਪੰਜਾ ਨੌ, ਸਾਰਾ ਜ਼ਿਕਰ ਕੀਤਾ ਮਹਾਰਾਜ ਨੇ। ਅਗਰ ਕੋਈ ਇਸ਼ਨਾਨ ਕਰਦਾ ਤਾਂ ਮਹਾਰਾਜ ਕਹਿੰਦੇ ਨੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਤੇ ਜੇ ਕੋਈ ਉਜੂ ਕਰਦਾ ਤਾਂ ਮਹਾਰਾਜ ਕਹਿੰਦੇ ਨੇ ਉਜੂ ਵੀ ਠੀਕ ਹੈ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਮਹਾਰਾਜ ਉਸ ਨੂੰ ਵੀ ਇਨਕਾਰ ਨਹੀਂ ਕਰ, ਸਭ ਕੁਝ ਕਬੂਲ ਕੀਤਾ ਜਾਂਦਾ ਹੈ। ਉਹ ਕੇਵਲ ਗੁਰੂ ਨਾਨਕ ਦਾ ਘਰ ਹੈ। ਸਤਿਗੁਰਾਂ ਨੇ ਇਸਲਾਮੀ ਭੇਸ ਬਣਾਇਆ ਸੀ ਉੱਥੇ ਜਾਣ ਵਾਸਤੇ। ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ, ਮੁਸੱਲਾ ਤਾਰੀ। ਇਹ ਮੁਸਲਮ ਦੀ ਤਸਵੀਰ ਹੈ ਇੱਕ। ਹਾਜੀਆਂ ਨੇ ਜੋ ਪੁੱਛਿਆ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਜਵਾਬ ਦਿੱਤਾ ਹੈ, ਕੱਲ ਫਿਰ ਆਪ ਜੀ ਦੇ ਸਾਹਮਣੇ ਰੱਖਾਂਗੇ। ਹੁਣ ਸਮਾਂ ਪੂਰਾ ਹੋ ਚੁੱਕਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸਾਡੇ ਹਿਰਦਿਆਂ ਦੇ ਵਿੱਚ ਹੋਵੇ, ਤਾਂ ਕਿ ਜਨਮਾਂ ਜਨਮਾਂਤਰਾਂ ਦੀ ਜੋ ਅੰਦਰ ਧੁੰਦ ਬਣੀ ਹੋਈ ਹੈ, ਉਸ ਧੁੰਦ ਤੋਂ ਅਸੀਂ ਬਾਹਰ ਨਿਕਲ ਸਕੀਏ, ਪ੍ਰਕਾਸ਼ਮਈ ਜੀਵਨ ਸਾਨੂੰ ਪ੍ਰਾਪਤ ਹੋ ਸਕੇ। ਗੁਰੂ ਐਸੀ ਕਿਰਪਾ ਆਪ ਸਾਰਿਆਂ ਤੇ ਕਰਨ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।